ਸਤਿ ਸ਼੍ਰੀ ਅਕਾਲ ਜੀ। ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਇਟਲੀ ਦੇ ਹਾਲਾਤ ਦੇਖਦੇ ਹਾਂ ਜੀ, ਇੰਡੀਆ ਦੇ ਹਾਲਾਤ ਦੇਖਦੇ ਹਾਂ, ਅਤੇ ਉਸ ਤੋਂ ਬਾਅਦ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਬੋਨਸ ਪੀਚ ਜਿਹੜਾ ਕੰਪਿਊਟਰਾਂ ਦੇ ਲਈ ਜਿਹੜਾ ਬੋਨਸ ਆ ਉਹਨੂੰ ਅਸੀਂ ਕਿਸ ਹਿਸਾਬ ਦੇ ਨਾਲ ਲੈ ਸਕਦੇ ਹਾਂ, ਕਿਹੜੀਆਂ ਚੀਜ਼ਾਂ ਦੀ ਲੋੜ ਸਾਨੂੰ ਉਹਦੇ ਲਈ ਹੈਗੀ ਆ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇੰਡੀਆ ਦੀ ਸਿਚੁਏਸ਼ਨ ਅੱਜ ਸਾਨੂੰ ਕੀ ਕਹਿ ਰਹੀ ਹੈ ਜੀ। ਇੰਡੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਥੋੜ੍ਹੀ ਜਿਹੀ ਅੱਜ ਬਹੁਤ ਹੀ ਨਾਜ਼ੁਕ ਹੋ ਗਈ, ਕਿਉਂਕਿ 81,480 ਨਵਾਂ ਕੇਸ ਸਾਹਮਣੇ ਆਇਆ ਜੀ। 66,491 ਮਰੀਜ਼ ਠੀਕ, 1,016 ਮਰੀਜ਼ਾਂ ਦੀ ਅੱਜ ਮੌਤ ਇੰਡੀਆ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਹੋਈ ਹੈ। ਉੱਥੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 1481 ਨਵਾਂ ਕੇਸ, 1595 ਮਰੀਜ਼ ਠੀਕ, 106 ਮਰੀਜ਼ਾਂ ਦੀ ਮੌਤ ਅੱਜ ਇੰਡੀਆ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਹੋਈ ਹੈ। ਅਤੇ ਇਟਲੀ ਦੇ ਵਿੱਚ ਦੇਖੀਏ ਤਾਂ ਇਟਲੀ ਦੇ ਵਿੱਚ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਥੋੜ੍ਹੇ ਜ਼ਿਆਦਾ ਕੇਸ ਆਏ ਨੇ ਜੀ। ਅੱਜ ਤਕਰੀਬਨ 1326 ਨਵਾਂ ਕੇਸ ਆਇਆ, 257 ਮਰੀਜ਼ ਠੀਕ ਹੋਏ ਅਤੇ 6 ਮਰੀਜ਼ਾਂ ਦੀ ਅੱਜ ਇਟਲੀ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਮੌਤ ਹੋਈ ਹੈ ਜੀ। ਅਤੇ ਹੁਣ ਦੇਖਦੇ ਹਾਂ ਜੀ ਖਬਰਾਂ 'ਤੇ ਨਜ਼ਰ ਮਾਰ ਰਹੇ ਹਾਂ ਅੱਜ ਦੀਆਂ ਚਰਚਾ ਦੇ ਵਿੱਚ ਜਿਹੜੀਆਂ ਖਬਰਾਂ ਰਹੀਆਂ ਜੀ। ਸਭ ਤੋਂ ਪਹਿਲੀ ਜੋ ਅਪਡੇਟ ਆ ਰਿਹਾ ਜੀ ਉਹ ਸਿਲਵੀਓ ਬਰਲੂਸਕੋਨੀ, ਜੋ ਸ਼ਾਇਦ ਹੀ ਕੋਈ ਹੋਊਗਾ ਬੰਦਾ ਜਿਹਨੂੰ ਜੇ ਉਹਦੇ ਬਾਰੇ ਨਾ ਪਤਾ ਹੋਵੇ। ਸਿਲਵੀਓ ਬਰਲੂਸਕੋਨੀ ਜੀ ਪਹਿਲੇ ਇਟਲੀ ਦੇ ਪ੍ਰਧਾਨ ਮੰਤਰੀ ਸੀਗੇ, ਜੋ ਕਿ ਫੋਰਜ਼ਾ ਇਤਾਲੀਆ ਦੇ ਮੇਨ ਬੰਦੇ ਕਹਿ ਦਈਏ ਸੀ, ਜਿਨ੍ਹਾਂ ਦੇ ਉੱਤੇ ਸਾਰੀ ਉਹਨਾਂ ਦੀ ਪਾਰਟੀ ਚੱਲਦੀ ਆ, ਅਤੇ ਉਹ ਵੀ ਹੁਣ ਪੋਜ਼ੀਟਿਵ ਨਿਕਲੇ ਨੇ। ਉਸ ਤੋਂ ਬਾਅਦ ਜੀ ਜਿਹੜੇ ਐਮਰਜੈਂਸੀ ਵਾਲਾ ਸੀਗਾ ਨਵਾਂ ਕਾਨੂੰਨ, ਨਵਾਂ ਮਤਾ ਪਾਸ ਕਰ ਰਹੇ ਸੀ ਇਟਲੀ ਦੇ ਵਿੱਚ, ਉਹ 276 ਵੋਟਾਂ ਦੇ ਨਾਲ ਉਹਨੂੰ ਪਾਸ ਕਰ ਦਿੱਤਾ ਗਿਆ ਜੀ। ਇਟਲੀ ਦੇ ਵਿੱਚ ਅੱਜ 57 ਹਸਪੀਟਲਾਂ ਦੇ ਵਿੱਚ ਜ਼ਿਆਦਾ ਮਰੀਜ਼ ਦਾਖਲ ਹੋਏ ਨੇ। ਅਤੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਜੀ, ਇਟਲੀ ਦੇ ਵਿੱਚ ਜਿਹੜੇ ਲਾਸਟਲੇ 24 ਘੰਟਿਆਂ ਦੇ ਵਿੱਚ ਟੈਸਟ ਕੀਤੇ ਗਏ ਨੇ, ਤਕਰੀਬਨ ਪਹਿਲੀ ਵਾਰ ਹੋਇਆ ਕਿ 1 ਲੱਖ ਤੋਂ ਵੱਧ ਟੈਸਟ ਇੱਕ ਦਿਨ ਦੇ ਵਿੱਚ ਕੀਤਾ ਗਿਆ ਹੋਵੇ। ਇਸ ਤੋਂ ਬਾਅਦ ਚੱਲਦੇ ਹਾਂ ਜੀ ਸਪੇਰਾਂਸਾ ਜੀ, ਜਿਹੜੇ ਇਟਲੀ ਦੇ ਹੈਲਥ ਮਿਨਿਸਟਰ ਨੇ, ਉਹ ਕਹਿ ਰਹੇ ਨੇ ਜੀ ਕਿ ਜਿਹੜੇ ਮਾਸਕ ਪਹਿਨਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਅਤੇ ਘੱਟ ਤੋਂ ਘੱਟ 1 ਮੀਟਰ ਦਾ ਜਿਹੜਾ ਡਿਸਟੈਂਸਿਆਮੈਂਟ ਸੋਸ਼ਲ ਡਿਸਟੈਂਟ ਹੈ ਇਹ ਵੀ ਰੱਖਣਾ ਬਹੁਤ ਜ਼ਰੂਰੀ ਹੁੰਦਾ। ਸਰਦੇਰੀਆਂ ਵੱਲੋਂ ਅਪਡੇਟ ਆ ਰਿਹਾ ਜੀ ਕਿ ਪਹਿਲਾ ਮਰੀਜ਼ ਦੂਜੇ ਫੇਜ਼ ਦੇ ਵਿੱਚ, ਇਹ ਜਿਹੜੀ ਦੂਜੀ ਲਹਿਰ ਆ ਉਹਦੇ ਵਿੱਚ ਸਰਦੇਰੀਆਂ ਦੇ ਵਿੱਚ ਪਹਿਲਾ ਮਰੀਜ਼ ਆ ਜਿਹਦੀ ਮੌਤ ਹੋਈ ਹੈ ਜੀ। ਕਾਫੀ ਟਾਈਮ ਹੋ ਗਿਆ ਸੀ ਉੱਥੇ ਕੋਈ ਮਰੀਜ਼ ਦੀ ਮੌਤ ਨਹੀਂ ਹੋਈ ਸੀ। ਅਤੇ ਉਸ ਤੋਂ ਬਾਅਦ ਇੱਕ ਹੋਰ ਕੇਸ ਸਾਹਮਣੇ ਆਇਆ ਜੀ। ਇੱਕ ਬੰਦਾ ਛੁੱਟੀਆਂ ਮਨਾਉਣ ਗਿਆ ਸੀ, ਜਦੋਂ ਛੁੱਟੀਆਂ ਮਨਾ ਕੇ ਵਾਪਸ ਆਉਂਦਾ ਅਚਾਨਕ ਹੀ ਉਹਨੂੰ ਪਤਾ ਲੱਗਦਾ ਕਿ ਉਹ ਪੋਜ਼ੀਟਿਵ ਹੈ। ਇਨਸਾਨ ਜੋ ਬੰਦਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਇੱਕ 24 ਸਾਲ ਦੀ ਕੁੜੀ ਹੈ ਜੀ, ਜਿਹਦਾ ਨਾਮ ਫਿਲਹਾਲ ਗੁਪਤ ਰੱਖਿਆ ਗਿਆ, ਜੋ ਕਲਾਬਰੀਆ ਦੇ ਵਿੱਚ ਹੈ ਜੀ। ਛੁੱਟੀਆਂ ਮਨਾ ਕੇ ਆਈ ਸੀ ਸਰਦੇਨੀਆ ਤੋਂ ਹੀ, ਉਹ ਵੀ ਛੁੱਟੀਆਂ ਮਨਾ ਕੇ ਵਾਪਸ ਆਈ ਹੈ, ਅਤੇ ਵਾਪਸ ਆਉਣ ਤੋਂ ਬਾਅਦ ਉਹਨੂੰ ਥੋੜ੍ਹਾ ਜਿਹਾ ਸ਼ੱਕ ਪਿਆ ਕਿ ਉਹਦੀ ਜਿਹੜੀ ਸਿਹਤ ਆ ਠੀਕ ਨਹੀਂ ਸੀ। ਅਤੇ ਆਉਣ ਤੋਂ ਬਾਅਦ ਪਹਿਲਾ ਜਿਹੜਾ ਟੈਸਟ ਕੀਤਾ ਗਿਆ, ਉਸ ਪਹਿਲੇ ਟੈਸਟ ਦੇ ਵਿੱਚ ਬਿਲਕੁਲ ਹੀ ਨੈਗੇਟਿਵ ਨਿਕਲੀ ਸੀ। ਅਤੇ ਨੈਗੇਟਿਵ ਨਿਕਲਣ ਤੋਂ ਬਾਅਦ ਹੁਣ ਉਹ ਕਹਿੰਦੇ ਸੀ ਕਿ ਸਾਨੂੰ ਲੱਗਾ ਨੋਰਮਲ ਆ, ਕੋਈ ਗੱਲ ਨਹੀਂ, ਅਸੀਂ ਨੈਗੇਟਿਵ ਹਾਂ। ਅਤੇ ਦੂਜੇ ਟੈਸਟ ਦੇ ਵਿੱਚ ਹੁਣ ਪੋਜ਼ੀਟਿਵ ਪਾਈ ਗਈ ਹੈ ਜੀ, ਜੋ ਕਿ ਇੱਕ ਬਹੁਤ ਹੀ ਜ਼ਿਆਦਾ ਘਬਰਾਉਣ ਵਾਲੀ ਗੱਲ ਹੋ ਗਈ ਹੈ, ਕਿਉਂਕਿ ਬਹੁਤ ਹੀ ਬੰਦਿਆਂ ਦੇ ਟੱਚ ਵਿੱਚ ਜਾਂ ਕਿਸੇ ਬੰਦਾ ਘੁੰਮਣ ਫਿਰਨ ਜਾਂਦਾ ਅਤੇ ਉਹ ਹੁਣ ਉਹਨੂੰ ਡਰ ਆ ਕਿ ਉਹਨਾਂ ਨੂੰ ਵੀ ਉਹਨੇ ਪੋਜ਼ੀਟਿਵ ਨਾ ਕਰ ਦਿੱਤਾ ਹੋਵੇ। ਉਸ ਤੋਂ ਬਾਅਦ ਜੀ ਇਟਲੀ ਦੇ ਜਿਹੜੇ ਪਲੈਰਮੋ ਦੇ ਵਿੱਚ ਕੋਰਤੇ ਦੇ ਕੋਂਤੀ, ਉਹਨਾਂ ਦੇ ਵਿੱਚ ਇੱਕ ਸਸਪੈਕਟ ਸਾਹਮਣੇ ਆਇਆ ਜੀ, ਇੱਕ ਨਵਾਂ ਕੇਸ ਸਾਹਮਣੇ ਆਇਆ, ਜਿਹਦੇ ਕਰਕੇ ਉਹਨੂੰ ਪੂਰੇ ਦੇ ਪੂਰੇ ਜਿਹੜਾ ਕੋਰਤੇ ਦੀ ਕੋਂਤੀ ਨੂੰ ਬੰਦ ਕਰ ਦਿੱਤਾ ਗਿਆ ਜੀ। ਤਰੇਂਤੋ ਦੇ ਵਿੱਚ ਇੱਕ ਨਵਾਂ ਫੋਕੋਲਾਇਓ ਸਾਹਮਣੇ ਆਇਆ ਜੀ, ਜੋ ਕਿ ਇੱਕ ਮੀਟ ਦੀ ਫੈਕਟਰੀ ਦੇ ਵਿੱਚ ਆ। ਫਿਲਹਾਲ ਇਸ ਮੀਟ ਦੀ ਫੈਕਟਰੀ ਦਾ ਨਾਮ ਜਿਹੜਾ ਗੁਪਤ ਰੱਖਿਆ ਗਿਆ ਜੀ। ਇਹ ਬਹੁਤ ਹੀ ਵੱਡੀ ਮੀਟ ਦੀ ਫੈਕਟਰੀ ਹੈ ਜਿੱਥੇ ਇਹ ਕੰਮ ਹੁੰਦਾ, ਅਤੇ ਤਕਰੀਬਨ 24 ਜਿਹੜੇ ਮਰੀਜ਼ ਆ ਉੱਥੇ, ਤਕਰੀਬਨ 24 ਮਰੀਜ਼ ਪੋਜ਼ੀਟਿਵ ਪਾਏ ਗਏ ਨੇ ਜੀ ਇਸ ਮਹਾਮਾਰੀ ਦੇ ਨਾਲ ਉਸ ਫੈਕਟਰੀ ਦੇ ਵਿੱਚ, ਜਿਹਦਾ ਨਾਮ ਫਿਲਹਾਲ ਤੁਹਾਨੂੰ ਅਸੀਂ ਦੱਸਿਆ ਕਿ ਗੁਪਤ ਰੱਖਿਆ ਗਿਆ ਜੀ। ਅਤੇ ਇਹ ਜਿਹੜੇ 24 ਦੇ 24 ਸਾਰਿਆਂ ਦੀ ਜਿਹੜੀ ਉਮਰ ਆ 50 ਸਾਲ ਤੋਂ ਘੱਟ ਆ, ਅਤੇ ਤਕਰੀਬਨ 21 ਜਿਹੜੇ ਬੰਦੇ ਆ ਉਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਲੱਛਣ ਸਾਹਮਣੇ ਨਹੀਂ ਆ ਰਿਹਾ ਸੀ। ਸਾਰਿਆਂ ਨੂੰ ਅਸਿੰਟੋਮੈਟਿਕ ਕਹਿੰਦੇ ਇਹਨਾਂ ਨੂੰ, ਜਿਹਦੇ ਵਿੱਚ ਕੋਈ ਵੀ ਲੱਛਣ ਨਾ ਹੋਵੇ ਪਰ ਉਹ ਪੋਜ਼ੀਟਿਵ ਹੋਵੇ। ਸਿਰਫ 3-4 ਬੰਦੇ ਹੀ ਸੀਗੇ ਜਿਹੜੇ ਕੁਛ ਉਹ ਦਿਖਾ ਰਹੇ ਸੀਗੇ ਫਿਰ ਸ਼ਾਇਦ ਹਾਂ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ। ਕੱਲ੍ਹ ਤੁਹਾਨੂੰ ਅਸੀਂ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਇਹ ਤੁਹਾਨੂੰ ਦੱਸਿਆ ਕਿ ਵੈਨੇਜ਼ੀਆ ਦੇ ਵਿੱਚ ਤਕਰੀਬਨ 8 ਪੁਲਿਸ ਵਾਲੇ, ਕੁਛ ਤੋਂ ਉਰੇ ਦੀ ਪੁਲਿਸ ਵਾਲੇ ਪੋਜ਼ੀਟਿਵ ਨਿਕਲੇ ਨੇ। ਅੱਜ ਉਹਨਾਂ ਨੇ
ਦੱਸਿਆ ਜੀ ਕਿ ਟੋਟਲ 8 ਨੇ। ਕੱਲ੍ਹ ਸਿਰਫ ਇਹੀ ਦੱਸਿਆ ਗਿਆ ਸੀਗਾ ਕਿ ਉੱਥੇ ਵਨੀਸੀਆ ਦੇ ਵਿੱਚ ਪੋਜ਼ਿਟਿਵ ਆਏ ਨੇ, ਅਤੇ 8 ਆਏ ਨੇ ਇਹਨਾਂ ਦਿਨਾਂ ਦੇ ਵਿੱਚ। ਜੇਕਰ ਤੁਸੀਂ ਵੀ ਵਨੀਸੀਆ ਦੇ ਕਸਤੂਰੇ 'ਤੇ ਲੱਗ ਗਏ ਤਾਂ ਅੱਗੇ ਲੰਘੇ ਹੋ ਤਾਂ ਕੋਸ਼ਿਸ਼ ਕਰਿਓ ਆਪਣਾ, ਜੇ ਤੁਹਾਡੇ ਅੰਦਰ ਕਿਸੇ ਵੀ ਪ੍ਰਕਾਰ ਦਾ ਮਾੜਾ ਮੋਟਾ ਵੀ ਕੇਸ ਇੱਦਾਂ ਦਾ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਚੈੱਕਅਪ ਜ਼ਰੂਰ ਕਰਾਓ ਜੀ। ਅਤੇ ਹੁਣ ਪਹਿਲੀ ਵਾਰ ਹੋਇਆ ਜੀ 26 ਮਈ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਥਾਈਲੈਂਡ ਦੇ ਵਿੱਚ ਕੋਈ ਵੀ ਨਵਾਂ ਕੇਸ ਨਹੀਂ ਆਇਆ ਜੀ। ਤਕਰੀਬਨ 100 ਦਿਨ ਬਾਅਦ ਇਹ ਘਟਨਾ ਵਾਪਰੀ ਹੈ ਜੀ। ਤੁਸੀਂ ਮੋਬਾਈਲ ਲਈ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ, ਤੁਸੀਂ ਆਈਫੋਨ ਦੇ ਲਈ, ਐਂਡਰੋਇਡ ਲਈ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ, ਅਤੇ ਉਸ ਤੋਂ ਬਾਅਦ ਉਸ ਤੋਂ ਕਮਾਈ ਵੀ ਕਰਨਾ ਚਾਹੁੰਦੇ ਹੋ, ਜੇ ਸਭ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ YouTube 'ਤੇ ਜਾਓ ਅਤੇ ਰਿਐਕਟ ਨੈਟਿਵ ਟਿਊਟੋਰੀਅਲ ਇੰਜੀਨੀਅਰ ਹਰਿੰਦਰ ਦਾ ਚੈਨਲ ਸਬਸਕ੍ਰਾਈਬ ਕਰੋ ਅਤੇ ਸਿੱਖੋ ਕਿਸ ਹਿਸਾਬ ਦੇ ਨਾਲ ਬਣਾ ਸਕਦੇ ਹੋ ਜੀ ਤੁਸੀਂ ਵੀ ਐਪਲੀਕੇਸ਼ਨ ਮੋਬਾਈਲਾਂ ਦੇ ਲਈ। ਕਹਿਣ ਦਾ ਭਾਵ ਕੀ ਹੈ ਜੀ ਕਿ ਤਕਰੀਬਨ 100 ਦਿਨ ਕਹਿਣ ਦੇ ਵਿੱਚ ਸਾਨੂੰ ਗਲਤੀ ਲੱਗੀ ਹੈ ਜੀ। 100 ਦਿਨ ਹੋ ਗਏ ਨੇ ਲਗਾਤਾਰ, ਜਿੱਦਾਂ ਕਹਿੰਦੇ ਸੈਂਚਰੀ ਬਣਾ ਲਈ ਹੈ ਜੀ ਕਿ ਕੋਈ ਵੀ ਨਵਾਂ ਕੇਸ ਥਾਈਲੈਂਡ ਦੇ ਵਿੱਚ, ਬੈਂਕਾਕ ਦੇ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਹੈ। ਜਿੰਨੇ ਕੇਸ ਪਹਿਲਾਂ ਸੀਗੇ ਉਨੇ ਹੀ ਨੇ, ਨਵਾਂ ਕੇਸ ਕੋਈ ਨਹੀਂ ਆ। ਬਾਕੀ ਪਤਾ ਨਹੀਂ ਜੀ ਕਿੰਨੀ ਸੱਚਾਈ ਹੈ ਜਾਂ ਫਿਰ ਕਿੰਨੀ ਨਹੀਂ। ਪੂਲੀਆ ਦੇ ਵਿੱਚ ਇੱਕ ਹੋਰ ਨਵਾਂ ਕੇਸ ਸਾਹਮਣੇ ਆਇਆ ਜੀ, ਇੱਕ ਹੋਰ ਫੋਕੋਲਾਈਓ ਸਾਹਮਣੇ ਆਇਆ ਜੋ ਕਿ RSA ਦੇ RSA ਜੇ ਆਪਾਂ ਸੌਖੇ ਤਰੀਕੇ ਦੇ ਨਾਲ ਕਹੀਏ, ਜਿਨ੍ਹਾਂ ਨੂੰ ਅਸੀਂ ਬ੍ਰਿਧ ਆਸ਼ਰਮ ਕਹਿੰਦੇ ਹਾਂ, ਪਰ ਉੱਦਾਂ ਇਟਾਲੀਅਨ 'ਚ ਇਹਨਾਂ ਨੂੰ ਕਹਿੰਦੇ ਆ ਰੈਜ਼ੀਡੈਂਸਾ ਸੈਨੀਟਾਰੀਆ ਅਸਿਸਟੀਤਾ। ਕਹਿਣ ਦਾ ਭਾਵ ਆ ਜੀ ਜਿੱਥੇ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਕਿਸਮ ਦਾ ਹੌਸਪੀਟਲ ਵਾਂਗੂ ਹੀ ਹੁੰਦਾ। ਅਤੇ ਇਹਦੇ ਵਿੱਚ ਵੀ ਤਕਰੀਬਨ 20 ਪੋਜ਼ੀਟਿਵ ਆਏ ਨੇ, ਜਿਨ੍ਹਾਂ ਦੇ ਵਿੱਚ ਤਕਰੀਬਨ ਸਾਰੇ ਦੇ ਸਾਰੇ ਅਸਿੰਟੋਮਾਟਿਕੋ ਸੀਗੇ। ਅਸਿੰਟੋਮਾਟਿਕੋ ਕੀ ਹੁੰਦਾ, ਇਹ ਤੁਹਾਨੂੰ ਦੱਸਿਆ ਕਿ ਅਸਿੰਟੋਮਾਟਿਕ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਪੋਜ਼ਿਟਿਵ ਹੁੰਦਾ ਪਰ ਉਹ ਪੋਜ਼ਿਟਿਵ ਹੁੰਦੇ ਹੋਏ ਵੀ ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਲੱਛਣ ਸਾਹਮਣੇ ਨਹੀਂ ਆਉਂਦਾ, ਉਹਨੂੰ ਅਸਿੰਟੋਮਾਟਿਕੋ ਕਹਿੰਦੇ ਆ। ਅਮਰੀਕਾ ਬਾਰੇ ਅਸੀਂ ਕਾਫੀ ਦਿਨਾਂ ਤੋਂ ਕੋਈ ਅਪਡੇਟ ਨਹੀਂ ਦਿੱਤਾ ਜੀ। ਅਮਰੀਕਾ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 43,253 ਨਵੇਂ ਕੇਸ ਸਾਹਮਣੇ ਆਏ ਨੇ। ਇਹ ਜੋ ਅਸੀਂ ਤੁਹਾਨੂੰ ਗਿਣਤੀ ਦੱਸਦੇ ਹਾਂ ਜੀ, ਇਹ ਗਿਣਤੀ ਸਾਰੀ ਦੀ ਸਾਰੀ ਜੌਨ ਹੌਪਕਿੰਸ ਯੂਨੀਵਰਸਿਟੀ ਹੈ ਜਿਹੜੀ ਉਹਨਾਂ ਦੇ ਵੱਲੋਂ ਹੀ ਦਿੱਤੀ ਜਾਂਦੀ ਹੈ ਜੀ। ਅਤੇ ਤਰੰਤੋ ਵੱਲ ਚੱਲੀਏ। ਤਰੰਤੋ ਦੇ ਵਿੱਚ ਇੱਕ ਪ੍ਰੈਗਨੈਂਟ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜੋ ਕਿ ਪ੍ਰੈਗਨੈਂਸੀ ਦੇ ਵਿੱਚ ਔਰਤ ਪੋਜ਼ੀਟਿਵ ਹੈ ਜੀ। ਉਹਦਾ ਜਿਹੜਾ ਬੱਚੇ ਦਾ ਜਨਮ ਹੋਇਆ ਜੀ, ਉਹਦਾ ਜਿਹੜਾ ਪਹਿਲਾ ਟੈਸਟ ਕੀਤਾ ਗਿਆ ਜੀ ਉਹ ਨੈਗੇਟਿਵ ਮੰਨਿਆ ਗਿਆ ਜੀ। ਸਕੂਲ ਦੀ ਗੱਲ ਕਰੀਏ ਜੀ, ਸਕੂਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮਾਸਕ ਪਾਉਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਮਾਸਕ ਨਾ ਪਾਉਣ ਵਾਲੇ ਬੱਚੇ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ। ਉਸ ਤੋਂ ਬਾਅਦ ਕੁੰਦੋਤਾ ਦੇ ਵਿੱਚ ਉਹਨੂੰ 5 ਦਿੱਤੇ ਜਾਂਦੇ ਆ, ਦੇ ਸਕਦੇ। ਕੁੰਦੋਤਾ ਕੀ ਹੁੰਦਾ? ਕੁੰਦੋਤਾ ਹੁੰਦਾ ਜੀ ਪੂਰੇ ਸਾਲ ਦੇ ਵਿੱਚ ਬੱਚੇ ਨੇ ਹਰਕਤਾਂ ਕਿੱਦਾਂ ਦੀਆਂ ਰਹੀਆਂ, ਉਹਦਾ ਸ਼ਰਾਰਤਾਂ ਕਿੰਨੀਆਂ ਕੀਤੀਆਂ, ਠੀਕ ਸੀਗਾ ਨਹੀਂ ਸੀਗਾ, ਸਰਾਂ ਮੈਡਮਾਂ ਦੀ ਗੱਲਬਾਤ ਮੰਨਦਾ ਸੀ ਜਾਂ ਨਹੀਂ ਮੰਨਦਾ ਸੀ, ਉਹ ਹੁੰਦੀ ਕੁੰਦੋਤਾ ਕਿ ਮੁੰਡਾ ਇਲਤਾਂ ਕਰਦਾ ਕਿ ਭਲਾ ਮਾਨਸਾ। ਅਤੇ ਜੇ 5 ਆ ਗਏ ਤਾਂ ਮਤਲਬ ਕਿ ਮੁੰਡਾ ਇਲਤੀ ਆ, ਕੰਮ ਕੁਮ ਪੜ੍ਹਾਈ ਪੜੂਈ ਨਹੀਂ ਕਰਦਾ। ਇਸ ਹਿਸਾਬ ਦੇ ਨਾਲ ਕੁੰਦੋਤਾ ਦੇ ਵਿੱਚ 5 ਵੀ ਮਿਲ ਸਕਦੇ ਨੇ, ਜਿਹਦੇ ਨਾਲ ਜਿਹੜਾ ਮੀਡੀਆ ਉਹ ਖਰਾਬ ਹੋ ਸਕਦਾ। ਅਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ ਅੱਜ ਆਪਣੇ ਖਬਰਾਂ ਜਿਹੜੀਆਂ ਛੋਟੀਆਂ ਹੀ ਨੇ ਜੀ। ਆਪਣਾ ਬੋਨਸ ਪੀਚੀ ਦੇ ਬਾਰੇ ਵੱਲ ਚੱਲਦੇ ਹਾਂ, ਜਾਂ ਬੋਨਸ ਪੀਚੀ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਇੱਕ ਹੋਰ ਗੱਲ, ਕਿਸ ਹਿਸਾਬ ਦੇ ਨਾਲ ਪਤਾ ਲੱਗ ਸਕਦਾ ਕਿ ਤੁਹਾਡੇ ਬੱਚੇ ਨੂੰ ਇਨਫਲੂਐਂਸ ਹੋਇਆ, ਕਿ ਉਹਦੇ ਵਿੱਚ ਕੋਈ ਸਿੰਪਟਮ ਆ ਜਿਹਦਾ COVID-19 ਦੇ ਨਾਲ ਕੋਈ ਲੈਣ ਦੇਣ ਹੋ ਸਕਦਾ ਜੀ। ਜਿਹੜੀ ਜਾਣਕਾਰੀ ਮਿਲੀ ਹੈ ਜੀ ਉਸ ਹਿਸਾਬ ਦੇ ਨਾਲ COVID-19 ਦੇ ਜਿਹੜੇ ਲੱਛਣ ਨੇ, ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਕਿਹੜਾ ਲੱਛਣ ਹੋ ਸਕਦਾ, ਉਹਨਾਂ ਦੇ ਵਿੱਚ ਫੈਬਰੇ ਬਰੀਬਰੀ, ਬੰਦੇ ਨੂੰ ਬੁਖਾਰ ਹੋ ਸਕਦਾ, ਜਾਂ ਫਿਰ ਉਹਦੇ ਅੰਦਰ ਜਿਹੜਾ ਉਹਨੂੰ ਕਾਂਬਾ ਛਿੜਿਆ ਹੋ ਸਕਦਾ, ਤੋਸੇ ਖੰਘ ਹੋ ਸਕਦੀ ਹੈ, ਗੋਲਾ ਇਨਫੀਮਾਤਾ ਜਿਹੜਾ ਗਲਾ ਲਾਲ ਹੋ ਸਕਦਾ, ਗਲ ਦੇ ਵਿੱਚ ਇਨਫੈਕਸ਼ਨ ਹੋਇਆ ਹੋ ਸਕਦਾ, ਮੰਕਾਂਸਾ ਦੀ ਰਿਸਪੀਰੋ। ਅੱਛਾ, ਇਹ ਉਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਉਹ ਦੱਸਦੇ ਆ, ਸਰਕਾਰ ਦੱਸ ਰਹੀ ਹੈ, ਗਾਈਡਲਾਈਨਸ ਨੇ ਵੀ ਉਹਦੇ ਨਾਲ ਕੀ ਹੁੰਦਾ। ਜੇਕਰ ਬੁਖਾਰ ਅਤੇ ਕਾਂਬਾ ਛਿੜਿਆ ਹੋਵੇ ਅਤੇ ਮਲ ਦੀ ਗੋਲਾ ਹੋਵੇ, ਮਲ ਦੀ ਗੋਲਾ ਅਸੀਂ ਕਿਹਨੂੰ ਕਹਿੰਦੇ, ਮਲ ਦੀ ਗੋਲਾ ਹੁੰਦਾ ਜੀ ਗਲ ਦੁਖਦਾ ਹੋਵੇ ਤਾਂ ਇਹ ਇੱਕ ਇਨਫਲੂਐਂਸਾ ਹੁੰਦਾ। ਜੇ ਸਿਰਫ ਖੰਘ ਵਾ ਅਤੇ ਠੰਡ ਲੱਗਦੀ ਹੈ, ਇਹ ਵੀ ਇਨਫਲੂਐਂਸਾ ਆ। ਗਲੇ ਦੇ ਵਿੱਚ ਜਲਣਾ, ਇਹ ਵੀ ਇੱਕ ਇਨਫਲੂਐਂਸਾ ਹੁੰਦਾ ਹੈ ਜੀ। ਅਤੇ ਇੱਦਾਂ ਦੇ ਹੀ ਜਿੱਦਾਂ ਮੰਕਾਂਸਾ ਦੀ ਰਿਸਪੀਰੋ, ਕਿਸੇ ਨੂੰ ਸਾਹ ਨਹੀਂ ਆ ਰਿਹਾ, ਉਹ ਆਜ਼ਮੇ ਦਾ ਚੱਕਰ ਹੁੰਦਾ। ਕਹਿਣ ਦਾ ਮਤਲਬ ਜੇ ਕਿਸੇ ਨੂੰ ਬੱਚੇ ਨੂੰ ਖੰਘ ਆ ਰਹੀ ਹੈ ਜਾਂ ਉੱਦਾਂ
ਜਿਹੜੇ ਨੋਰਮਲ ਜਿਹੜੇ ਮਾੜੇ ਮੋਟੇ ਲੱਛਣ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਲੱਗ ਰਿਹਾ ਜੀ, ਤਾਂ ਇਹਦਾ ਜ਼ਰੂਰੀ ਨਹੀਂ ਕਿ ਤੁਹਾਡਾ ਜਿਹੜਾ ਬੱਚਾ ਜਾਂ ਕੋਈ ਬੰਦਾ ਉਹਨੂੰ ਬੁਖਾਰ ਹੋਵੇ। ਹਾਂਜੀ, ਇੱਕ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਬੱਚਿਆਂ ਦੀ ਜਿਹੜਾ ਟੈਂਪਰੇਚਰ ਤੁਸੀਂ ਘਰ ਤੋਂ ਹੀ ਚੈੱਕ ਕਰਕੇ ਤੋਰਨਾ, ਜਿਨ੍ਹਾਂ ਵੀ ਬੱਚਿਆਂ ਦਾ ਜਿਹੜਾ ਟੈਂਪਰੇਚਰ ਆ ਉਹ 37.5 ਤੋਂ ਉੱਤੇ ਆ, ਤੁਸੀਂ ਉਸ ਬੱਚੇ ਨੂੰ ਸਕੂਲ ਨਾ ਭੇਜੋ। ਕਿ ਤੁਹਾਨੂੰ ਕੋਈ ਵੀ ਸਕੂਲ ਵਾਲਾ ਨਹੀਂ ਕਹਿ ਸਕਦਾ ਕਿ ਤੁਸੀਂ ਆਪਣੇ ਬੱਚੇ ਨੂੰ ਕਿਉਂ ਨਹੀਂ ਭੇਜਿਆ। ਉਸ ਤੋਂ ਬਾਅਦ ਜੀ ਵੇਨੇਤੋ ਅਤੇ ਲਾਤਸੀਓ ਦੇ ਵਿੱਚੋਂ ਇੱਕ ਨਵੀਂ ਗੱਲ ਸਾਹਮਣੇ, ਇਹਨੂੰ ਇੱਕ ਗੁੱਡ ਨਿਊਜ਼ ਰੱਖ ਲਓ, ਇੱਕ ਵਧੀਆ ਨਿਊਜ਼ ਰੱਖ ਲਓ ਜੋ ਕਿ ਪੇਰੈਂਟਸ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦੀ। ਉਹ ਕੀ ਹੈ ਜੀ ਕਿ ਤਕਰੀਬਨ ਵੇਨੇਤੋ ਅਤੇ ਲਾਤਸੀਓ ਦੇ ਵਿੱਚ ਇੱਕ ਨਵੀਂ ਟੈਸਟ ਉਹਨੂੰ ਟੈਸਟ ਰਾਪਿਡੋ ਕਹਿੰਦੇ ਆ, ਨਵੀਂ ਟੈਸਟ ਮਸ਼ੀਨ ਲਾਗੂ ਕੀਤੀ ਜਾਊਗੀ, ਜਿਹਦੇ ਵਿੱਚ ਤਕਰੀਬਨ ਅੱਧੇ ਘੰਟੇ ਦੇ ਵਿੱਚ ਪਤਾ ਲੱਗ ਜਾਣਾ ਕਿ ਮੁੰਡਾ ਸਟੂਡੈਂਟ ਮਾਸਟਰ ਸਰ ਪੋਜ਼ੀਟਿਵ ਆ ਕਿ ਨਹੀਂ ਹੈ। ਇਹ ਜੋ ਖਬਰ ਸਾਹਮਣੇ ਆਈ ਹੈ, ਇਸ ਤੋਂ ਬਾਅਦ ਜੀ ਲੋਮਬਰਦੀਆ ਦੀ ਸਟੇਟ ਨੇ ਵੀ ਕਿਹਾ ਕਿ ਸਾਨੂੰ ਵੀ ਇਹ ਜਿਹੜੀਆਂ ਟੈਸਟ ਦੀਆਂ ਮਸ਼ੀਨਾਂ ਭੇਜੀਆਂ ਜਾਣੀਆਂ ਚਾਹੀਦੀਆਂ, ਸਾਨੂੰ ਵੀ ਸਾਡੇ ਕੋਲ ਵੀ ਟੈਸਟ ਹੋਣਾ ਚਾਹੀਦਾ। ਘੱਟ ਤੋਂ ਘੱਟ 60,000 ਟੈਸਟ ਜਿਹੜੇ ਇਹ ਤੰਪੋਨੇ ਕਰਨ ਵਾਲੇ ਆ, ਇਹਨਾਂ ਦੀ ਉਹਨਾਂ ਨੇ ਮੰਗ ਕੀਤੀ ਆ। ਨੋਰਮਲੀ ਜਿਸ ਟਾਈਮ ਟੈਸਟ ਕੀਤਾ ਜਾਂਦਾ ਜੀ ਲੈਬੋਰਟਰੀਆਂ ਦੇ ਵਿੱਚ, ਇਹਨਾਂ ਦਾ ਜਿਹੜਾ ਰਿਜ਼ਲਟ ਉਹ 24 ਤੋਂ 48 ਘੰਟਿਆਂ ਦੇ ਵਿੱਚ ਆਉਂਦਾ, ਪਰ ਨਵੇਂ ਸਿਸਟਮ ਦੇ ਨਾਲ ਤਕਰੀਬਨ ਅੱਧੇ ਘੰਟੇ ਦੇ ਵਿੱਚ ਇਹ ਇਹਦਾ ਰਿਜ਼ਲਟ ਆ ਜਾਂਦਾ, ਜੋ ਕਿ ਲਾਤਸੀਓ ਅਤੇ ਵੇਨੇਤੋ ਜਿਹੜੀ ਸਟੇਟ ਆ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਸਟੇਟਾਂ ਦੇ ਵਿੱਚ ਲਾਗੂ ਕਰਾਂਗੇ। ਹੁਣ ਦੇਖਦੇ ਹਾਂ ਜੀ ਬੋਨਸ ਪੀਜੀ ਅਤੇ ਬੋਨਸ ਜਿਹੜਾ ਇਹ ਇੰਟਰਨੈਟ ਵਾਲਾ ਵੀ ਇੱਕ ਬੋਨਸ ਆ, ਜਿਹਦੇ ਵਿੱਚ 200 ਯੂਰੋ ਮਿਲਦੇ ਆ। ਹੁਣ ਦੇਖਦੇ ਹਾਂ ਕਿਸ ਹਿਸਾਬ ਦੇ ਨਾਲ ਤੁਸੀਂ ਬੋਨਸ ਪੀਜੀ ਲੈ ਸਕਦੇ ਜਾਂ ਕਿਸ ਹਿਸਾਬ ਦੇ ਨਾਲ ਤੁਸੀਂ ਬੋਨਸ ਇੰਟਰਨੈਟ ਲੈ ਸਕਦੇ ਜੀ। ਸਭ ਤੋਂ ਪਹਿਲਾਂ ਜਿਹੜਾ ਬੋਨਸ ਪੀਜੀ ਆ, ਕੰਪਿਊਟਰ ਨੂੰ ਖਰੀਦਣ ਲਈ ਜਿਹੜਾ ਪੀਜੀ ਆ ਬੋਨਸ ਆ, ਉਹਨੂੰ ਖਰੀਦਣ ਦੇ ਲਈ ਹਰ ਉਹ ਬੰਦਾ ਲੈ ਸਕਦਾ ਜਿਹਦੀ ਜਿਹੜੀ ਈਜ਼ੇ ਆ ਘੱਟ ਤੋਂ ਘੱਟ 20,000 ਤੋਂ ਘੱਟ ਹੋਵੇ। ਅਤੇ ਇਹਦੇ ਲਈ ਤਕਰੀਬਨ ਸਰਕਾਰ ਨੇ 22 ਲੱਖ ਰੁਪਈਆ, ਇਟਲੀ ਦੀ ਸਰਕਾਰ ਨੇ 22 ਲੱਖ ਰੁਪਈਆ ਰੱਖਿਆ ਜੀ। ਅਤੇ ਜਿਨ੍ਹਾਂ ਬੰਦਿਆਂ ਦੀ ਈਜ਼ੇ 50,000 ਤੋਂ ਯਾਨੀ 20 ਤੋਂ ਉੱਤੇ ਆ ਅਤੇ 50 ਤੋਂ ਘੱਟ ਆ, ਉਹਨਾਂ ਲਈ ਸਰਕਾਰ ਨੇ ਇੱਕ ਵਾਊਚਰ ਰੱਖਿਆ ਜੀ। ਅਤੇ ਹੁਣ ਉਹ ਦੇਖਦੇ ਆ ਕਿ ਇਸ ਹਿਸਾਬ ਦੇ ਨਾਲ, ਅਤੇ ਜਿਨ੍ਹਾਂ ਬੰਦਿਆਂ ਦੀ ਈਜ਼ੇ 20,000 ਤੋਂ ਘੱਟ ਆ, ਉਹ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ 500 ਯੂਰੋ ਮਿਲ ਸਕਦਾ ਜੀ। ਇਸ 500 ਯੂਰੋ ਦੇ ਵਿੱਚ ਸਿਰਫ ਕੰਪਿਊਟਰ ਨਹੀਂ, ਇਹ 500 ਯੂਰੋ ਦੇ ਵਿੱਚ 200 ਯੂਰੋ ਤੁਹਾਨੂੰ ਮਿਲਣਾ ਜੀ ਤੁਹਾਡੇ ਇੰਟਰਨੈਟ ਦੇ ਲਈ, ਵੀ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਹੀ ਫਾਸਟ ਇੰਟਰਨੈਟ ਲਵਾ ਸਕਦੇ। ਤੁਹਾਨੂੰ ਉਹਦੇ ਲਈ 200 ਯੂਰੋ ਦਿੱਤਾ ਜਾਊਗਾ 20,000 ਤੋਂ ਘੱਟ ਜਿੰਦੀ ਈਜ਼ੇ ਆ। ਉਸ ਤੋਂ ਬਾਅਦ 300 ਯੂਰੋ ਉਹਨਾਂ ਨੂੰ ਮਿਲਣਾ ਕੰਪਿਊਟਰ ਜਾਂ ਫਿਰ ਲੈਪਟਾਪ ਯੂਜ਼ ਕਰਨ ਦੇ ਲਈ, ਕੋਮੋਦਾਤੋ ਯੂਜ਼ੋ ਲਈ, ਜਾਂ ਫਿਰ ਜਿੱਦਾਂ ਤੁਸੀਂ ਕਿਰਾਏ 'ਤੇ ਲੈਂਦੇ ਆ, ਕਿਰਾਏ 'ਤੇ ਲੈਣ ਦੇ ਲਈ ਵੀ ਤੁਹਾਨੂੰ ਮਿਲ ਸਕਦਾ। ਜਿੱਦਾਂ ਤੁਸੀਂ ਕਿਸ ਤਰ੍ਹਾਂ ਦੇ ਆਈਫੋਨ ਲੈਂਦੇ ਹੋ, ਕਿਸ ਤਰ੍ਹਾਂ ਦੇ ਟੈਬਲੇਟ ਲੈਂਦੇ ਹੋ, ਉਸ ਹਿਸਾਬ ਦੇ ਨਾਲ 300 ਯੂਰੋ ਤੁਹਾਨੂੰ ਦਿੱਤੇ ਜਾਣਗੇ ਸਰਕਾਰ ਵੱਲੋਂ, ਜੇ 20,000 ਤੋਂ ਘੱਟ ਈਜ਼ੇ ਆ। ਅਤੇ ਜਿਨ੍ਹਾਂ ਦੀ 20 ਤੋਂ ਉੱਤੇ ਅਤੇ 50,000 ਤੋਂ ਘੱਟ ਵਾ, ਉਹਨਾਂ ਨੂੰ 200 ਯੂਰੋ ਮਿਲਣਾ, ਉਹਨਾਂ ਨੂੰ ਵੀ 200 ਯੂਰੋ ਮਿਲਣਾ। 200 ਯੂਰੋ ਦੇ ਹੱਕਦਾਰ ਨੇ, ਪਰ ਉਹਨਾਂ ਨੂੰ 200 ਯੂਰੋ ਸਿਰਫ ਇੰਟਰਨੈਟ ਦੇ ਲਈ ਹੀ ਮਿਲਣਾ ਹੈ ਜੀ। ਇਹ ਦਮਾਂਦਾ ਹੋਣਾ ਕਿੱਥੇ ਹੈ ਜੀ, ਕਰਨਾ ਕਿਸ ਹਿਸਾਬ ਨਾਲ? ਇਸ ਦਮਾਂਦੇ ਨੂੰ ਕਰਨ ਦੇ ਲਈ ਤੁਹਾਨੂੰ ਵੈਬਸਾਈਟ ਹੈ ਜੀ infrateritalia.it, ਤੁਹਾਨੂੰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਆਪਣੇ ਕਮੈਂਟ ਦੇ ਵਿੱਚ ਇਸ ਵੈਬਸਾਈਟ ਨੂੰ ਅਸੀਂ ਲਿਖ ਦਾਂਗੇ। ਜਿਸ ਵੈਬਸਾਈਟ ਉੱਤੇ 20 ਤਰੀਕ ਤੋਂ ਜਾ ਕੇ ਤੁਸੀਂ ਇਹ ਦਮਾਂਦੇ ਨੂੰ ਕਰ ਸਕਦੇ ਹੋ। ਅਤੇ ਇਹਦੇ ਵਿੱਚ ਜਿੱਥੇ ਤੱਕ ਇਸ ਟਾਈਮ ਗੱਲਾਂ ਵਿੱਚ ਸੁਣਨ ਚੱਲ ਰਿਹਾ, ਸਿਰਫ ਸਪੀਡ ਦੇ ਨਾਲ ਹੀ ਐਂਟਰ ਹੋਇਆ ਜਾ ਸਕਦਾ, ਹੋ ਸਕਦਾ ਬਾਅਦ ਵਿੱਚ ਉਹ ਚੇਂਜ ਕਰ ਦੇਣ, ਪਰ ਫਿਲਹਾਲ ਇੱਦਾਂ ਦੱਸਿਆ ਜਾ ਰਿਹਾ ਕਿ ਸਪੀਡ ਦੇ ਨਾਲ ਹੀ ਐਂਟਰ ਹੋਣਾ। ਹਾਂਜੀ, ਇੱਕ ਹੋਰ ਗੱਲ, 1 ਤਰੀਕ ਤੋਂ ਕੱਲ੍ਹ ਤੋਂ ਹੋਰ ਲਾਗੂ ਕੀਤਾ ਗਿਆ ਕਾਨੂੰਨ ਕਿ ਜਿੰਨਾ ਵੀ ਤੁਹਾਡੇ ਚਿੱਤਦੀਨਾਂਸੇ ਦੇ ਦਮਾਂਦੇ ਨੇ, ਕੋਈ ਵੀ ਬੰਦਾ ਇਟਾਲੀਅਨ ਪਾਸਪੋਰਟ ਅਪਲਾਈ ਕਰਨਾ ਚਾਹੁੰਦਾ, ਹਰ ਉਸ ਬੰਦੇ ਨੂੰ ਇਟਾਲੀਅਨ ਪਾਸਪੋਰਟ ਅਪਲਾਈ ਕਰਨ ਦੇ ਲਈ ਹੁਣ ਜਿਹੜੀ ਨੂਲਾ ਓਸਤਾ ਦੀ ਉਹਨਾਂ ਦੀ ਮਿਨਿਸਟਰ ਦell'interno ਦੀ ਵੈਬਸਾਈਟ ਆ, ਉਹਦੇ ਉੱਤੇ ਜਾਣਾ। ਐਂਟਰ ਹੋਣ ਦੇ ਲਈ ਸਿਰਫ ਅਤੇ ਸਿਰਫ ਸਪੀਡ ਦੇ ਨਾਲ ਹੀ ਐਂਟਰ ਹੋ ਸਕਦਾ। ਜਿਨ੍ਹਾਂ ਨੇ ਪਹਿਲਾਂ ਵੀ ਆਪਣੇ ਦਮਾਂਦੇ ਕੀਤੇ ਨੇ, ਉਹਨਾਂ ਨੂੰ ਵੀ ਸਪੀਡ ਦੀ ਲੋੜ ਪੈਣੀ ਆ। ਅਤੇ ਜੇਕਰ ਤੁਹਾਨੂੰ ਨਹੀਂ ਪਤਾ ਕਿਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਆਪਣੀ ID ਨੂੰ ਕਨੈਕਟ ਕਰ ਸਕਦੇ ਹੋ, ਤਾਂ ਤੁਸੀਂ ਸਾਨੂੰ ਆਪਣੀ ਸਪੀਡ ਦਿਓ ਅਤੇ ਆਪਣਾ ਜਿਹੜਾ ਪ੍ਰਾਤਿਕਾ ਭੇਜ ਸਕਦੇ ਹਾਂ। ਅਸੀਂ ਤੁਹਾਡੇ ਪ੍ਰਾਤਿਕਾ ਅਤੇ ਸਪੀਡ ਨੂੰ ਕਨੈਕਟ ਕਰਕੇ ਤੁਹਾਨੂੰ ਦੇ ਸਕਦੇ ਹਾਂ। ਪਰ ਇਹ ਬਾਅਦ ਦੀ ਗੱਲ ਆ, ਪਹਿਲਾਂ ਤੁਸੀਂ ਸਾਨੂੰ ਕਮੈਂਟ ਕੁਛ ਵੀ ਭੇਜਣ ਤੋਂ ਪਹਿਲਾਂ ਕਮੈਂਟ ਵਿੱਚ ਜ਼ਰੂਰ ਦੱਸਿਓ, ਤਾਂ ਹੀ ਅਸੀਂ ਤੁਹਾਡੀ ਹੈਲਪ ਕਰ ਸਕਾਂਗੇ।
ਤੇ ਹੁਣ ਚੱਲਦੇ ਆ ਜੀ ਹਰ ਰੋਜ਼ ਦੀ ਤਰ੍ਹਾਂ ਇਟਲੀ ਦੀ ਡਿਟੇਲ ਵੱਲ ਨੂੰ, ਕਿਉਂਕਿ ਹਰ ਰੋਜ਼ ਸਾਨੂੰ ਪੁੱਛਿਆ ਜਾਂਦਾ ਕਿ ਆਪਣਾ ਇਸ ਏਰੀਆ ਦਾ ਰਹਿ ਗਿਆ ਤੇ ਇਸ ਏਰੀਆ ਦਾ ਨਹੀਂ ਰਿਹਾ। ਲੋਂਬਰਡੀਆ ਦੇ ਵਿੱਚ ਆਇਆ ਜੀ 237 ਕੇਸ, ਪਿਆਮੋਂਤੇ ਵਿੱਚ 66, ਏਮੀਲੀਆ ਰੋਮਾਨੀਆ 107, ਵੇਨੇਤੋ 163, ਟੋਸਕਾਨਾ 69, ਲਾਤੀਓ ਵਿੱਚ 130, ਲਿਗੂਰੀਆ 47, ਬੋਲਸਾਨੋ ਦਾ ਏਰੀਆ 43, ਮਾਰਕੇ 17, ਕੰਪਾਨੀਆ 117, ਪੂਲੀਆ 67, ਸਿਚੀਲੀਆ 83, ਫ੍ਰੀਲੀ ਵੈਨੇਜ਼ੁਏਲਾ ਦੇ ਵਿੱਚ 20 ਕੇਸ ਆਏ ਨੇ ਜੀ, ਅਬਰੂਜ਼ੋ ਵਿੱਚ 24, ਸਰਦੇਨੀਆ 73, ਉਂਬਰੀਆ 27, ਕਲਾਬਰੀਆ 32, ਬਾਲੇ ਦੋਸਤਾ 2 ਤੇ ਬਜ਼ਿਲਿਕਾਤਾ ਵਿੱਚ 2 ਕੇਸ ਆਏ ਨੇ। ਤੇ ਹੁਣ ਹਰ ਰੋਜ਼ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਜੀ ਡਿਟੇਲ ਦੇ ਹਿਸਾਬ ਨਾਲ ਸਟੇਟ ਬਾਈ, ਤੇ ਅਬਰੂਜ਼ੋ ਤੋਂ ਸ਼ੁਰੂ ਕਰਾਂਗੇ ਕਿ ਇਸ ਏਰੀਏ ਦੇ ਵਿੱਚ ਕਿੰਨੇ ਕੇਸ ਸਾਹਮਣੇ ਆਏ ਨੇ ਜੀ। ਅਬਰੂਜ਼ੋ ਦੇ ਵਿੱਚ ਟੋਟਲ 24 ਕੇਸ ਆਏ, ਜਿਨ੍ਹਾਂ ਦੇ ਵਿੱਚ ਪਿਸਕਾਰਾ ਵਿੱਚ 4 ਆਏ ਤੇ ਆਕੁਇਲਾ ਦੇ ਵਿੱਚ 19 ਕੇਸ ਸਾਹਮਣੇ ਆਏ ਨੇ। ਉਸ ਤੋਂ ਬਾਅਦ ਚੱਲਦੇ ਹਾਂ ਜੀ ਕਲਾਬਰੀਆ ਵੱਲ ਨੂੰ, ਕਿਉਂਕਿ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਿਆ ਗਿਆ ਸੀ ਕਿ ਕਲਾਬਰੀਆ ਬਾਰੇ ਵੀ ਅਸੀਂ ਅਪਡੇਟ ਜ਼ਰੂਰ ਕਰੀਏ। ਕਲਾਬਰੀਆ ਦੇ ਵਿੱਚ ਟੋਟਲ 32 ਕੇਸ ਆਏ ਨੇ, ਜਿਨ੍ਹਾਂ 'ਚ ਕੋਸੈਂਸਾ ਵਿੱਚ 1, ਰਿਜੋ ਕਲਾਬਰੀਆ ਵਿੱਚ 3 ਅਤੇ 28 ਕੇਸ ਇੱਦਾਂ ਦੇ ਆਏ ਨੇ ਜੋ ਕਿ ਫੌਰੀ ਰਜੋਨੇ ਹੁੰਦੇ ਆ। ਫੌਰੀ ਰਜੋਨੇ ਵਾਲੇ ਉਹ ਕੇਸ ਨੇ ਜੋ ਕਿ ਪ੍ਰੋਵਿੰਸੀਆ ਤੋਂ ਬਾਹਰ ਨੇ, ਉੱਥੇ ਦੇ ਨਹੀਂ ਹੈਗੇ, ਪਰ ਉਸ ਟਾਈਮ ਉਸ ਏਰੀਏ ਦੇ ਵਿੱਚ ਮੌਜੂਦ ਸਨ। ਹੋ ਸਕਦਾ ਕਿਸੇ ਹੋਰ ਸਟੇਟ ਦੇ ਬੰਦੇ ਹੋਣ, ਪਰ ਉਹਨਾਂ ਨਾਲ ਜਿਹੜੇ ਚੈਕਿੰਗ ਉੱਥੇ ਹੋਈ ਆ। ਜੇਕਰ ਅਸੀਂ ਕੰਪਾਨੀਆ ਦੀ ਗੱਲ ਕਰੀਏ ਤਾਂ 117 ਕੇਸ ਆਇਆ, ਨਾਪੋਲੀ 102, ਸਲੈਰਨੋ 13, ਕਜ਼ੈਰਤਾ 7, ਅਵੇਲੀਨੋ 11, ਵੇਨੇਵੈਂਤੋ 5 ਇਹ ਕੇਸ ਆਏ ਨੇ ਕੰਪਾਨੀਆ ਦੇ ਵਿੱਚ। ਅੱਛਾ, ਇੱਕ ਹੋਰ ਗੱਲ ਹੈ ਜੀ, ਤੁਹਾਨੂੰ ਆਪਣਾ ਜ਼ਿਲ੍ਹੇ ਦੇ ਨਾਲ ਸਟੇਟ ਦਾ ਵੀ ਪਤਾ ਹੋਣਾ ਚਾਹੀਦਾ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਮਿਲਾਨ ਦੇ ਕੇਸ ਦਾ ਦੱਸੋ ਜਾਂ ਫਿਰ ਸਾਨੂੰ ਪੇਚੈਂਸੇ ਦਾ ਦੱਸੋ। ਜਿਹੜੇ ਪੇਚੈਂਸੇ ਦੇ ਆ ਉਹ ਈਮੀਲੀਆ ਰੋਮਾਨੀਆ ਦੇ ਵਿੱਚ ਪੈਂਦੇ, ਇਸ ਕਰਕੇ ਇਹ ਤੁਹਾਨੂੰ ਸਟੇਟ ਅਤੇ ਜ਼ਿਲ੍ਹਿਆਂ ਦੇ ਦੱਸ ਰਹੇ ਆ ਜੀ, ਤੁਹਾਡਾ ਵੀ ਗਿਆਨ ਵੱਧਦਾ। ਏਮੀਲੀਆ ਰੋਮਾਨੀਆ ਦੇ ਵਿੱਚ 107 ਕੇਸ, ਬੋਲੋਨੀਆ 21, ਰੇਜੋ ਏਮੀਲੀਆ 5, ਪਿਆਚੈਂਸਾ 7, ਮੋਦੇਨਾ 30, ਪਾਰਮਾ 7, ਰੀਮਿਨੀ 3, ਫੋਰਲੀ ਚੇਜ਼ੇਨਾ 16, ਰਾਵੇਨਾ 15, ਫੈਰਾਰਾ 2 ਇਹ ਕੇਸ ਆਏ ਨੇ। ਤੇ ਇੱਕ ਬਾਹਰਲਾ ਜਿਹੜਾ ਕੇਸ ਆ ਜੀ ਲਾਤਸੀਓ ਦੇਖਦੇ ਜੀ, ਲਾਤਸੀਓ ਜਿਹਦੇ ਵਿੱਚ ਰੋਮਾ ਆਉਂਦਾ ਜੀ, ਉਹ ਤੋਂ ਦੇਖਦੇ ਹੁਣ ਇਸ ਟਾਈਮ ਕਿੰਨੇ ਕੇਸ ਆਏ ਨੇ। ਸਭ ਤੋਂ ਪਹਿਲਾਂ ਦੇਖਦੇ ਜੀ ਰੋਮਾ ਦੇ ਵਿੱਚ। ਲਾਤਸੀਓ ਦੇ ਪੂਰੇ ਸਟੇਟ ਦੇ ਵਿੱਚ 130 ਆਏ ਨੇ, ਜਿਨ੍ਹਾਂ ਦੇ ਵਿੱਚੋਂ ਰੋਮਾ ਦੇ ਵਿੱਚ 107, ਲਤੀਨਾ 9, ਫਰੋਜ਼ੀਨੋਨੇ ਵਿੱਚ ਕੋਈ ਕੇਸ ਨਹੀਂ, ਵਿਤੈਰੋ ਵਿੱਚ 3, ਰੀਐਤੀ ਵਿੱਚ 1 ਕੇਸ ਹੈ ਤੇ 11 ਕੇਸ ਐਸੇ ਨੇ ਜੋ ਕਿ ਉਸ ਏਰੀਏ ਤੋਂ ਬਾਹਰ ਦੇ ਨੇ ਜੀ। ਹੁਣ ਆ ਜੀ ਇੱਕ ਵੱਡਾ ਅਪਡੇਟ ਜਿਹਨੂੰ ਤੁਸੀਂ ਸੁਣ ਕੇ ਜ਼ਰੂਰ ਜਾਓ ਜੀ ਕਿ ਆਪਣੇ ਮਿਨਿਸਟਰ ਸਪੈਰਾਂਸਾ ਜਿਨ੍ਹਾਂ ਨੇ ਇੱਕ ਨਵਾਂ ਐਲਾਨ ਕੀਤਾ, ਜਿਹਦੇ ਉੱਤੇ ਤਾੜੀਆਂ ਦਾ ਤੋਪਾਂ ਦੀ ਉਹਨਾਂ ਨੂੰ ਸਲਾਮੀ ਦੇਣੀ ਚਾਹੀਦੀ ਸੀ। ਜਿਹੜਾ ਐਲਾਨ ਆਇਆ ਜੀ ਕਿ ਉਹਨਾਂ ਨੇ ਦੱਸਿਆ ਜੀ 2020 ਦੇ ਵਿੱਚ ਹੀ ਵੈਕਸੀਨ ਤਿਆਰ ਹੋ ਕੇ ਆ ਜਾਣੀ ਹੈ, ਜਿਹਦਾ ਰੋਬਰਟੋ ਸਪੈਰਾਂਸਾ ਜੀ ਇਟਲੀ ਦੇ ਹੈਲਥ ਮਿਨਿਸਟਰ ਨੇ, ਉਹਨਾਂ ਦਾ ਇੱਕ ਨਵਾਂ ਬਿਆਨ ਆਇਆ ਜੀ। ਉਹਨਾਂ ਨੇ ਦੱਸਿਆ ਜੀ ਆਸਟਰਾਜ਼ੇਨੇਕਾ ਨਾਂ ਦੀ ਕੰਪਨੀ ਜਿਹਦੇ ਨਾਲ ਕੰਟਰੈਕਟ ਕੀਤਾ ਗਿਆ, ਜਿਨ੍ਹਾਂ ਨੇ ਦੱਸਿਆ ਕਿ 2020 ਦੇ ਵਿੱਚ ਹੀ ਉਹਨਾਂ ਨੇ ਇਸ ਦਵਾਈ ਨੂੰ, ਇਸ ਵੈਕਸੀਨ ਨੂੰ ਇਟਲੀ ਦੇ ਵਿੱਚ ਲਿਆਉਣਾ, ਜੋ ਕਿ ਤਕਰੀਬਨ ਫਰਾਂਸ, ਜਰਮਨ ਅਤੇ ਹਾਲੈਂਡ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਸ ਦਵਾਈ ਦੇ ਉੱਤੇ ਕੰਮ ਕੀਤਾ ਜੀ। ਕਹਿਣ ਦਾ ਮਤਲਬ ਹੋ ਸਕਦਾ ਕਿ ਇਹਦੇ ਜਿਹੜੇ ਟਰਾਇਲ ਨੇ, ਜਿਹੜਾ ਕੰਮ ਆ ਬਹੁਤ ਹੀ ਜ਼ਿਆਦਾ ਤੇਜ਼ ਚੱਲ ਰਿਹਾ ਹੋਵੇ, ਇਸ ਕਰਕੇ ਹੀ ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਜੀ। ਅਸੀਂ ਦੇਖ ਰਹੇ ਸੀ ਜੀ ਲਾਤਸੀਓ, ਇੱਕ ਜੋ ਅਪਡੇਟ ਆਇਆ ਸੀਗਾ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਦੱਸਣਾ ਵੀ ਜ਼ਰੂਰੀ ਬਣਦਾ ਜੀ। ਲਾਤਸੀਓ ਦੇ ਵਿੱਚ ਅਸੀਂ ਦੇਖਿਆ ਰੋਮਾ 107, ਲਤੀਨਾ 9, ਵਿਤੈਰਬੋ 3, ਫੌਰੀ ਰਜੋਨੇ ਤੋਂ ਬਾਅਦ 11 ਸੀਗੇ। ਹੁਣ ਅਸੀਂ ਦੇਖਦੇ ਹਾਂ ਜੀ ਲੋਂਬਰਦੀਆ ਦਾ ਇਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਹੈ ਜੀ। ਲੋਂਬਰਦੀਆ ਦੇ ਵਿੱਚ ਸਭ ਤੋਂ ਪਹਿਲਾਂ ਮਿਲਾਨ ਦੇਖਦੇ ਹਾਂ। ਲੋਂਬਰਦੀਆ ਦੇ ਵਿੱਚ 237 ਕੇਸ ਆਏ ਨੇ, ਮਿਲਾਨ 99 ਕੇਸ, ਬਰੇਸ਼ੀਆ 28, ਬੈਰਗਮੋ 25, ਕਰਮੋਨਾ 9, ਮੋਨਜ਼ਾ ਵਰੀਆਂਸਾ 24, ਪਵੀਆ 11, ਕੋਮੋ 11, ਵਾਰੇਜ਼ੇ 14, ਮਾਨਤੋਬਾ 5, ਲੋਧੀ 1, ਲੇਕੋ ਵਿੱਚ 11 ਤੇ ਉਸ ਤੋਂ ਬਾਅਦ ਇਨਫਾਜ਼ੇ ਦੀ ਡੈਫੀਨੀਸ਼ਨ ਹੈ 11 ਬੰਦਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਏਰੀਏ ਨੂੰ ਬਿਲੋਂਗ ਕਰਦੇ ਨੇ। ਮਾਰਕੇ ਦੇ ਵਿੱਚ ਦੇਖੀਏ ਕਿੰਨੇ ਟੋਟਲ ਕੇਸ ਆਏ ਨੇ ਜੀ। ਮਾਰਕੇ ਦੇ ਵਿੱਚ ਟੋਟਲ 17 ਕੇਸ ਆਏ ਨੇ। ਪੀਜ਼ਰੋ ਉਰਬੀਨੋ ਵਿੱਚ 6, ਅੰਕੋਨਾ ਵਿੱਚ 2, ਮਚੇਰਾਤਾ ਵਿੱਚ 1 ਕੇਸ ਆਇਆ, ਫੇਰਮੋ ਵਿੱਚ 3, ਆਸਕੁਲੀ ਪਿਚੀਨੋ ਦੇ ਵਿੱਚ ਵੀ 3 ਕੇਸ ਆਏ ਨੇ। ਅਤੇ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ ਤੋਸਕਾਨਾ ਵੱਲ ਨੂੰ। ਤੋਸਕਾਨਾ ਬਾਰੇ ਵੀ ਸਾਨੂੰ ਪੁੱਛਿਆ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ। ਤੋਸਕਾਨਾ 'ਚ ਟੋਟਲ 69 ਕੇਸ ਆਏ ਨੇ।
ਫਿਰੈਂਸੇ 17, ਲੂਕਾ 2, ਮਾਸਾ ਕਰਾਰਾ 10, ਪੀਜ਼ਾ 3, ਅਰੈਜ਼ੋ 8, ਪਿਸਤੋਇਆ 6, ਪਰਾਤੋ 10, ਲਿਵੋਰਨੋ ਵਿੱਚ 2, ਸੀਨਾ 5, ਗਰੋਸੈਟੋ 3 ਅਤੇ ਉਸ ਤੋਂ ਬਾਅਦ ਹੋਰ ਫੌਰੀ ਰਜੋਨੇ ਵਾਲੇ ਵੀ ਕੇਸ ਨੇ। ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਸ਼ੱਕ ਆ, ਵੇਨੇਤੋ ਦਾ ਵੀ ਅਸੀਂ ਤੁਹਾਨੂੰ ਹਰ ਰੋਜ਼ ਦੱਸਦੇ ਹਾਂ, ਅਤੇ ਵੇਨੇਤੋ ਬਾਰੇ ਵੀ ਜ਼ਰੂਰ ਦੱਸਦੇ ਹਾਂ ਜੀ। ਵੇਨੇਤੋ ਦੇ ਵਿੱਚ 163 ਕੇਸ ਨੇ, ਵਰੋਨਾ 28, ਪਾਦੋਵਾ 19, ਟ੍ਰੇਵੀਜ਼ੋ 47, ਵੈਨੇਸੀਆ 40, ਵਿਚੈਂਸਾ 23, ਬੈਲੂਨੋ ਵਿੱਚ ਕੋਈ ਕੇਸ ਨਹੀਂ, ਰੋਵੀਗੋ ਵਿੱਚ 2 ਆ, ਅਤੇ ਉਸ ਤੋਂ ਬਾਅਦ ਬਾਕੀ 3-4 ਕੇਸ ਨੇ ਜਿਨ੍ਹਾਂ ਦੀ ਇਸ ਟਾਈਮ ਗੱਲਬਾਤ ਚੱਲ ਰਹੀ ਹੈ ਜੀ। ਅਤੇ ਇਸ ਤੋਂ ਬਾਅਦ ਮੇਰੇ ਹਿਸਾਬ ਨਾਲ ਹੋਰ ਕੋਈ ਵੀ ਏਰੀਆ ਨਹੀਂ ਹੈਗਾ। ਪੀਮੋਂਤੇ ਮੇਰੇ ਹਿਸਾਬ ਨਾਲ ਤੁਹਾਨੂੰ ਦੱਸ ਦਿੱਤਾ ਜੀ। ਫ੍ਰੀਲੀ ਵੈਨੇਸੀਆ ਗੋਇਲਾ ਦਾ ਸਾਨੂੰ ਕੋਈ ਵੀ ਨਹੀਂ ਸੁਣਦਾ। ਪੀਮੋਂਤੇ ਦੇ ਵਿੱਚ ਜਿਹੜੇ ਟੋਟਲ ਕੇਸ ਨੇ 66 ਟੋਟਲ ਕੇਸ ਨੇ। ਤੋਰੀਨੋ ਵਿੱਚ 35, ਅਲੈਸਾਂਦਰੀਆ 2, ਕੂਨਿਓ 9, ਨੋਵਾਰਾ 7, ਆਸਤੀ ਵਿੱਚ ਕੋਈ ਕੇਸ ਨਹੀਂ, ਵਰਚੈਲੀ 7, ਵਰਵਾਨੋ ਕੂਜੀਓ ਔਸਲਾ ਦੇ ਵਿੱਚ ਕੋਈ ਕੇਸ ਨਹੀਂ, ਬਿਏਲਾ ਦੇ ਵਿੱਚ 3 ਕੇਸ ਨੇ। ਅਤੇ ਇਸ ਜੋ ਹੁਣੇ ਹੁਣ ਆਪਣੇ ਇਟਲੀ ਦੇ ਹੈਲਥ ਮਿਨਿਸਟਰ ਜੀ ਨੇ ਬਿਆਨ ਦਿੱਤਾ, ਜਿਹਦੇ ਬਾਰੇ ਤੁਹਾਡਾ ਸਾਰਿਆਂ ਦਾ ਕੀ ਕਹਿਣਾ। ਉਹਨਾਂ ਨੇ ਤਾਂ ਫਿਲਹਾਲ ਇਹ ਕਰ ਦਿੱਤੀ ਹੈ ਜੀ ਗੱਲ ਕਿ 2020 ਦੇ ਵਿੱਚ ਹੀ, ਕਹਿਣ ਦਾ ਮਤਲਬ ਨਵੰਬਰ-ਦਸੰਬਰ ਦੇ ਵਿੱਚ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਵੈਕਸੀਨ ਨੂੰ ਤਿਆਰ ਕਰਕੇ ਇੱਥੇ ਇਟਲੀ ਦੇ ਵਿੱਚ ਪਹੁੰਚਾ ਦਿੱਤਾ ਜਾਏਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀਆਂ ਖਬਰਾਂ ਵੀ ਸਾਡੀਆਂ ਵਧੀਆ ਲੱਗੀਆਂ ਹੋਣਗੀਆਂ। ਜੇਕਰ ਵਧੀਆ ਲੱਗਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਇਸੇ ਤਰ੍ਹਾਂ ਅਸੀਂ ਹਰ ਰੋਜ਼ ਤੁਹਾਨੂੰ ਆਪਣੀਆਂ ਖਬਰਾਂ ਸੁਣਾਉਂਦੇ ਰਿਹਾ ਕਰਾਂਗੇ। ਹਰ ਰੋਜ਼ ਸਾਡਾ ਖਬਰਾਂ ਦਾ ਟਾਈਮ ਜੀ ਤਕਰੀਬਨ 8:30 ਤੋਂ 9:30 ਦੇ ਵਿਚਕਾਰ ਹੁੰਦਾ ਹੈ। ਡਿਪੈਂਡ ਕਰਦਾ ਕਿ ਅਸੀਂ ਜਿਹੜੀਆਂ ਖਬਰਾਂ ਕਿਸ ਟਾਈਮ ਰਿਕਾਰਡ ਕਰ ਰਹੇ ਹਾਂ। ਅਤੇ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਮਿਲਦੇ ਹਾਂ ਜੀ ਕੱਲ੍ਹ ਦੇ ਅਪਡੇਟ ਦੇ ਵਿੱਚ। ਉਹਨਾਂ ਚਿਰ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।